ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੋ ਇੱਕ ਇਤਿਹਾਸਕ ਕਦਮ ਵਿਸ਼ਵ ਸਿੱਖ ਇਕੱਤਰਤਾ ਜੋ ਇਸ ਟਾਈਮ ਇਧਰ ਪੰਡਾਲ ਦੇ ਵਿੱਚ ਚੱਲ ਰਹੀ ਹੈ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਜੋ ਰੁਤਬਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਹਨੂੰ ਜੋ ਇਸ ਟਾਈਮ ਮੌਜੂਦਾ ਸਮੇਂ ਦੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹ ਤੋਂ ਬਾਹਰ ਕੱਢਣ ਵਾਸਤੇ ਬਹੁਤ ਸਾਰੇ ਜਥਿਆਂ ਵੱਲੋਂ ਜਿਹੜੀਆਂ ਅੰਦਰ ਚਾਰਾਜੋਈਆਂ ਹੋ ਰਹੀਆਂ ਨੇ, ਉਹਦੇ 'ਤੇ ਮੰਥਨ ਹੋ ਰਿਹਾ ਕਿ ਕੀ ਸਭ ਆਪੋ ਆਪਣੇ ਵਿਚਾਰ ਦੇ ਰਹੇ ਨੇ। ਸੋ ਅਸੀਂ ਵੀ ਵੱਖ-ਵੱਖ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ ਸਵੇਰ ਦੇ। ਸੋ ਹੁਣ ਇਸ ਵੇਲੇ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਸਿਕੰਦਰ ਸਿੰਘ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਤੋਂ ਪੰਜਾਬੀ ਵਿਭਾਗ ਦੇ ਮੁਖੀ ਵੀ ਨੇ। ਉਹਨਾਂ ਨਾਲ ਇਸ ਵਿਸ਼ੇ 'ਤੇ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਅੱਜ ਰੱਖਿਆ ਗਿਆ ਪੰਥਕ ਇਕੱਠ ਰੱਖਿਆ ਗਿਆ, ਜੋ ਵਿਸ਼ਵ ਸਿੱਖ ਇਕੱਤਰਤਾ ਰੱਖੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਆਜ਼ਾਦ ਕਰਾਉਣ ਵਾਸਤੇ, ਉਹਦੀ ਪ੍ਰਭੂਸੱਤਾ ਨੂੰ ਸਹੀ ਮਾਇਨੇ ਦੇ ਵਿੱਚ ਜਿਹੜੀ ਆ ਉਹ ਦੇਖਣ ਵਾਸਤੇ ਵੱਖ-ਵੱਖ ਜਥਿਆਂ ਦੇ ਜਥੇਦਾਰ ਆਏ ਨੇ। ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ? ਦੇਖੋ, ਇਹ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਭ ਤੋਂ ਸਿਰਮੌਰ ਥਾਂ ਹੈ ਜੀ, ਸਿਰਮੌਰ ਰੁਤਬਾ ਉਹਦਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ ਜਿੰਨਾ ਉੱਚਾ, ਜਿੰਨਾ ਆਜ਼ਾਦ ਹੋਵੇਗਾ, ਜਿੰਨਾ ਉੱਥੇ ਜਿੰਨੇ ਜਿਹੜੇ ਵੀ ਅਹੁਦੇਦਾਰ ਨੇ ਜਾਂ ਸੇਵਾਦਾਰ ਨੇ ਉਹਨਾਂ ਦੀ ਚੋਣ ਦਾ ਪ੍ਰਬੰਧ ਸਹੀ ਹੋਵੇਗਾ, ਪੰਥਕ ਹੋਵੇਗਾ, ਉਹਨਾਂ ਹੀ ਸਿੱਖਾਂ ਲਈ ਉਹ ਬਿਹਤਰ ਹੈ। ਅਤੇ ਇਸ ਕਿਰਿਆ ਖਾਤਰ ਕਾਫੀ ਲੰਬੇ ਸਮੇਂ ਤੋਂ ਸਿੱਖਾਂ ਦੇ ਵਿੱਚ ਕਵਾਇਦ ਚੱਲ ਰਹੀ ਆ, ਕੋਈ ਇਹ ਅੱਜ ਦੀ ਨਹੀਂ ਹੈ। ਅਤੇ ਇਸ ਦੇ ਵਿੱਚ ਜਿਹੜਾ ਵਿਘਨ ਪਿਆ ਉਹ ਵਿਘਨ ਪਏ ਨੂੰ ਵੀ ਲਗਭਗ ਪੌਣੇ 200 ਸਾਲ ਹੋ ਗਏ, ਕਿਉਂਕਿ ਜਦ ਤੋਂ ਅੰਗਰੇਜ਼ ਆਏ, ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਹੈ, ਉਹਦਾ ਪ੍ਰਬੰਧ ਅਤੇ ਉੱਥੇ ਕੰਮਕਾਰ ਕਿਸ ਤਰ੍ਹਾਂ ਚੱਲਣਾ, ਉਹਦੇ ਵਿੱਚ ਵਿਘਨ ਪੈਣ ਲੱਗ ਗਿਆ ਸੀ। ਅਤੇ ਉਸ ਖਾਤਰ ਸਾਰੇ ਸਿੱਖਾਂ ਦੇ ਵਿੱਚ, ਸਿੱਖਾਂ ਦੀਆਂ ਸਾਰੀਆਂ ਜਥੇਬੰਦੀਆਂ ਦੇ ਵਿੱਚ ਇਹ ਜੱਦੋ-ਜਹਿਦ ਚੱਲਦੀ ਰਹੀ। ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਿੱਖਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸ਼ਹਾਦਤਾਂ ਦੇ ਕੇ ਗੁਰਦੁਆਰਾ ਸਾਹਿਬਾਨ ਆਜ਼ਾਦ ਕਰਵਾਏ, ਅਤੇ ਫਿਰ ਉਸ ਤੋਂ ਬਾਅਦ ਇੱਕ ਲੰਮੇ ਸਮੇਂ ਦੇ ਵਿੱਚ ਫਿਰ ਇੱਕ ਨਿਘਾਰ ਜਾਂ ਗਿਰਾਵਟ ਆ ਗਈ। ਤਾਂ ਹੁਣ ਫਿਰ ਇਸ ਖਾਤਰ ਇੱਕ ਮੰਥਨ ਸਾਰੇ ਸਿੱਖਾਂ ਦੇ ਵਿੱਚ, ਵਿਸ਼ਵ ਭਰ ਦੇ ਸਿੱਖਾਂ ਵਿੱਚ ਚੱਲਿਆ ਹੋਇਆ। ਉਹ ਇਹ ਮੰਗ ਕਰ ਰਹੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇ। ਜਦੋਂ ਤੁਸੀਂ ਬਾਹਰਲੇ ਦੇਸ਼ ਜਾਓ ਵੀ, ਤੁਸੀਂ ਕਿਸੇ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਪੁੱਛੋ ਤਾਂ ਉਹਨਾਂ ਨੇ ਉੱਥੇ ਬਾਹਰਲੇ ਦੇਸ਼ਾਂ ਵਿੱਚ ਜਦੋਂ ਗੁਰਦੁਆਰਾ ਸਾਹਿਬ ਬਣਾਉਂਦੇ ਹੋ ਤੁਸੀਂ, ਤਾਂ ਅਖੀਰ ਨੂੰ ਲਿਖਾਉਣਾ ਪੈਂਦਾ ਵੀ ਇਹ ਅਲਟੀਮੇਟ ਪ੍ਰੋਪਰਟੀ ਕਿਹਦੀ ਆ। ਤਾਂ ਉੱਥੇ ਸਾਰੇ ਸਿੱਖਾਂ ਨੇ ਗੁਰਦੁਆਰਾ ਸਾਹਿਬ ਵੀ ਜੇ ਕੁਛ ਵੀ ਭਾਣਾ ਵਾਪਰ ਜਾਂਦਾ ਤਾਂ ਅਲਟੀਮੇਟ ਪ੍ਰੋਪਰਟੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਆ। ਬਾਹਰਲੇ ਸਿੱਖਾਂ ਨੇ ਗੁਰਦੁਆਰਾ ਸਾਹਿਬਾਨ ਦੀ ਉੱਥੇ ਕਾਗਜ਼ਾਂ ਦੇ ਵਿੱਚ ਇਹ ਦਰਜ ਕੀਤੀ ਹੋਈ ਆ। ਤਾਂ ਇਹ ਆਪਣੇ ਆਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਬਹੁਤ ਮਹੱਤਵਪੂਰਨ, ਸਭ ਤੋਂ ਸਿਰਮੌਰ ਰੁਤਬਾ ਹੋਣ ਕਰਕੇ, ਅਤੇ ਸਾਨੂੰ ਉਹਦਾ ਇੰਨਾ ਮਤਲਬ ਪੁਖਤਾ ਪ੍ਰਬੰਧ ਚਾਹੀਦਾ ਅਤੇ ਇੰਨਾ ਨਿਆਰਾ ਅਤੇ ਨਿਆਂਕਾਰੀ ਪ੍ਰਬੰਧ ਚਾਹੀਦਾ ਕਿ ਉਹ ਸਾਰੀ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇ, ਅਤੇ ਸਿੱਖਾਂ ਨੂੰ ਜਿਹੜੀਆਂ ਦਰਪੇਸ਼ ਰਾਜਨੀਤਿਕ ਮੁਸ਼ਕਲਾਂ ਨੇ, ਸਮਾਜਿਕ ਮੁਸ਼ਕਲਾਂ ਨੇ, ਉਹਨਾਂ ਦੀ ਸੇਧ ਦੇਵੇ, ਅਤੇ ਸਿੱਖ ਵੀ ਉਨੇ ਹੀ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ, ਸੇਵਾਦਾਰ ਨੇ, ਉਹਨਾਂ ਨੂੰ ਸਹਿਯੋਗ ਕਰਨ। ਬਿਲਕੁਲ। ਪਿਛਲੇ ਸਮੇਂ ਦੇ ਵਿੱਚ ਵੀ ਜਿਹੜਾ ਇੱਕ ਇਸ ਤਰ੍ਹਾਂ ਦਾ ਪੰਥਕ ਇਕੱਠ ਰੱਖਿਆ ਗਿਆ ਸੀ ਚੱਬੇ ਦੇ ਵਿੱਚ, ਜਦੋਂ ਬਰਗਾੜੀ ਕਾਂਡ ਸਾਰਾ ਹੋਇਆ ਸੀ, ਇਹ ਉੱਥੇ ਵੀ ਮਤਲਬ ਬਹੁਤ ਸਾਰੇ ਇਸ ਤਰ੍ਹਾਂ ਇਕੱਠ ਕਰਕੇ ਫੈਸਲੇ ਲਏ ਗਏ ਸੀਗੇ, ਪਰ ਕਿਤੇ ਨਾ ਕਿਤੇ ਉਹ ਜਦੋਂ ਆਪਾਂ ਉਹਨਾਂ ਦਾ ਅਮਲੀ ਰੂਪ ਦੇਖਦੇ ਹਾਂ, ਉਹ ਅਮਲੀ ਰੂਪ ਦੇ ਵਿੱਚ ਨਹੀਂ ਆਉਂਦੇ ਹੈਗੇ। ਅਤੇ ਇਸ ਜੋ ਹੁਣ ਰੱਖਿਆ ਗਿਆ ਇਹਦੇ ਵਿੱਚ ਅਤੇ ਉਹਦੇ ਵਿੱਚ ਕਿਵੇਂ ਇਹਨੂੰ ਫਰਕ ਕਰਦੇ ਹੋ? ਹਾਂ, ਇੱਕ ਤਾਂ ਬਹੁਤ ਮਹੱਤਵਪੂਰਨ ਫਰਕ ਇਹ ਹੈ ਕਿ ਇਸ ਇਕੱਠ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੋਈ ਜਥੇਦਾਰ ਥਾਪਣ ਦੀ ਕਵਾਇਦ ਨਹੀਂ ਹੈ, ਕਿਸੇ ਹੋਰ ਨੂੰ ਅਹੁਦੇਦਾਰ ਬਣਾਉਣ ਦੀ ਕਵਾਇਦ ਨਹੀਂ। ਇਸ ਇਕੱਠ ਦੀ ਜਿਹੜੀ ਮੂਲ ਚੂਲ ਉਹ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜਾ ਸੇਵਾ ਸੰਭਾਲ ਵਾਲਾ ਜਥਾ ਹੋਵੇ, ਸੇਵਾ ਸੰਭਾਲ ਕਰਨ ਵਾਲੇ ਜਾਂ ਕੋਈ ਵੀ ਜਿਹੜੇ ਸੇਵਾਦਾਰ ਹੋਣ, ਉਹਨਾਂ ਨੂੰ ਲਾਉਣ ਦੀ ਕਵਾਇਦ ਕੀ ਹੋਵੇ, ਉਹਨਾਂ ਨੂੰ ਲਾਉਣ ਦੀ ਪ੍ਰਕਿਰਿਆ ਕੀ ਹੋਵੇ, ਕਿ ਉਹ ਕਿਸ ਵਿਧੀ ਨਾਲ ਲਾਏ ਜਾਣ। ਉਹ ਅਸਲ ਵਿੱਚ ਜਿਹੜਾ ਜਿਹੜਾ ਅੱਜ ਦਾ ਇਕੱਠ ਆ, ਇਹ ਉਸ ਮੂਲ ਵਿਧੀ 'ਤੇ ਆ। ਜਿਹੜਾ ਚੱਬੇ ਵਾਲਾ ਇਕੱਠ ਸੀ ਉਹ ਇਸ ਗੱਲ 'ਤੇ ਨਹੀਂ ਸੀ, ਕਿਉਂਕਿ
ਜਥੇਦਾਰ ਲੱਗਣ ਨਾਲੋਂ ਜਥੇਦਾਰ ਲਾਉਣ ਦੀ ਕਵਾਇਦ ਵਿਧੀ ਵੱਧ ਮਹੱਤਵਪੂਰਨ ਆ। ਜਿਵੇਂ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਚੁਣੇ ਜਾਣ ਨਾਲੋਂ ਕੌਣ ਲੱਗ ਜਾਂਦਾ, ਉਹਦੇ ਨਾਲੋਂ ਉਹ ਲੱਗਦਾ ਕਿਵੇਂ ਆ, ਉਹ ਵੱਧ ਮਹੱਤਵਪੂਰਨ ਆ। ਇਸੇ ਤਰੀਕੇ ਇੱਕ ਮਤਲਬ ਉਹ ਢਾਂਚਾ, ਉਹ ਮੂਲ ਕਾਨੂੰਨ, ਮੂਲ ਬਣਤਰ, ਮੂਲ ਵਿਧੀ, ਉਹ ਮਹੱਤਵਪੂਰਨ ਆ, ਪਹਿਲੀ ਗੱਲ। ਦੂਸਰੀ ਗੱਲ ਇਹ ਕਿ ਜਿਹੜੇ ਇੱਥੇ ਸੱਜਣ, ਜਿਵੇਂ ਹੁਣ ਮੈਂ ਸਵੇਰ ਤੋਂ ਇੱਥੇ ਹਾਜ਼ਰ ਹਾਂ, ਮੈਂ ਵੇਖਿਆ ਤੇ ਜਿਹੜੇ ਸੱਜਣ ਆਏ ਇੱਥੇ ਬਹੁਤ ਜ਼ਿਆਦਾ ਇਕੱਠ ਸੀ, ਪਹਿਲੀ ਗੱਲ ਤਾਂ। ਦੂਸਰੀ ਗੱਲ, ਲਗਭਗ ਮੈਨੂੰ ਲੱਗਦਾ 55-60 ਦੇ ਇਰਦ ਗਿਰਦ ਸੱਜਣ ਜਿਹੜੇ ਵੱਖੋ ਵੱਖਰੇ ਜਥਿਆਂ ਦੇ, ਜਥੇਬੰਦੀਆਂ ਦੇ, ਧੜਿਆਂ ਦੇ ਨੁਮਾਇੰਦੇ ਨੇ ਤੇ ਕਿਸੇ ਨਾ ਕਿਸੇ ਨਿਹੰਗ ਜਥੇਬੰਦੀ ਦੇ ਵੱਖੋ ਵੱਖਰੀਆਂ ਜਿਹੜੀਆਂ ਸਿੱਖਾਂ ਦੀਆਂ ਦੇ ਬਾਹਰਲੇ ਬਹੁਤ ਸਿੱਖਾਂ ਨੇ ਜਿਹੜੀ ਇਹਦੇ ਵਿੱਚ ਹਿੱਸੇਦਾਰੀ ਲਈ। ਉਹਨਾਂ ਦੇ ਵਿੱਚੋਂ ਲਗਭਗ ਤੁਸੀਂ ਇੱਦਾਂ ਲਾ ਲਓ ਵੀ 80-85% ਫੀਸਦੀ ਜਿਹੜੇ ਬੰਦੇ ਸੀ, ਉਹਨਾਂ ਦੀ ਗੱਲ ਬਿਲਕੁਲ ਇਸੇ ਗੱਲ ਤੇ ਕੇਂਦਰਿਤ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਆਜ਼ਾਦ ਪ੍ਰਭੂ ਸੱਤਾ ਅਤੇ ਉਹ ਸਿੱਖਾਂ ਦੀ ਆਜ਼ਾਦ ਨੁਮਾਇੰਦਗੀ ਕਰ ਸਕੇ, ਉਸ ਵਿਧੀ ਵਿਧਾਨ ਨੂੰ ਅਸੀਂ ਠੀਕ ਕਰੀਏ। ਉਹਦੇ ਖਾਤਰ ਜਿਹੜੇ ਉਹਨਾਂ ਦੇ ਸੁਝਾਅ ਵੀ ਨੇ ਜਿਹੜੇ ਆਏ ਨੇ, ਅਜੇ ਗੁਰਮਤਾ ਤੇ ਮੈਨੂੰ ਲੱਗਦਾ ਫਾਈਨਲ ਹੋਣਾ ਹੈ, ਤੇ ਉਹ ਜਿਹੜੇ ਸੁਝਾਅ ਵੀ ਨੇ, ਸੁਝਾਅ ਵੀ ਬਹੁਤ ਮਹੱਤਵਪੂਰਨ ਨੇ ਕਿ ਉਹ ਇਹ ਆਖ ਰਹੇ ਨੇ ਕਿ ਇਹ ਮਤਲਬ ਮੂਲ ਜਿਹੜੀ ਅੰਦਰੋਂ ਬੰਦਿਆਂ ਨੂੰ ਮੂਲ ਰੂਪ ਵਿੱਚ ਸਿੱਖ ਬਣਨ ਦੀ ਲੋੜ ਹੈ, ਗੱਲਾਂ ਨਾਲ ਨਹੀਂ, ਹੈ ਨਾ। ਇੱਕ ਵੀ ਰਹਿਤ ਦੇ ਪੂਰੇ ਨਿਤਨੇਮੀ ਹੋਣ, ਬਾਣੀ ਬਾਣੇ ਦੇ ਪੂਰੇ, ਉਸ ਤਰ੍ਹਾਂ ਦੇ ਸਿੱਖਾਂ ਬਾਬਤ ਜਿਹੜੀ ਅੰਦਰ ਜਿਹੜੀ ਗੱਲਬਾਤ ਚੱਲੀ। ਕੁਝ ਥੋੜ੍ਹੇ ਬੰਦੇ ਐਸੇ ਸੀ ਜਿਨ੍ਹਾਂ ਨੇ ਮਤਲਬ ਵਰਤਮਾਨ ਕੋਈ ਫਿਨੋਮਨਾ, ਵਰਤਮਾਨ ਵਰਤਾਰੇ ਦੇ ਜਾਂ ਬੰਦਿਆਂ ਦੇ ਦੁਆਲੇ ਗੱਲ ਕੇਂਦਰਿਤ ਕਰਨ ਦਾ ਯਤਨ ਕੀਤਾ। ਬਹੁਤ ਵੱਡੇ ਪੱਧਰ 'ਤੇ ਜਿਹੜੀ ਗੱਲ ਸੀ ਉਹ ਸਾਰੀ ਉਸ ਵਿਧੀ ਵਿਧਾਨ ਦੇ ਉੱਤੇ ਕੇਂਦਰਿਤ ਰਹੀ। ਤਾਂ ਇਸ ਲਈ ਇਸ ਇਕੱਠ ਦਾ ਇੱਕ ਮੂਲ ਫਰਕ ਇਹ ਹੈ ਕਿ ਇਹ ਬੰਦੇ ਬਦਲਣ ਲਈ ਨਹੀਂ, ਇਹ ਵਿਧੀ ਵਿਧਾਨ ਬਦਲਣ ਲਈ ਆ। ਵਿਧੀ ਵਿਧਾਨ ਸਾਰੇ ਸਿੱਖਾਂ ਲਈ ਹੈ। ਤੇ ਹੋਰ ਇਹਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਜਿੰਨੇ ਵੀ ਬੰਦੇ ਉਸ ਦੇ ਵਿੱਚ ਸ਼ਾਮਲ ਹੋਏ, ਉਹ ਸਾਰੇ ਬੰਦਿਆਂ ਨੂੰ ਬੋਲਣ ਤੋਂ ਪਹਿਲਾਂ ਇੱਕ ਵਾਕ ਦਿੱਤਾ ਗਿਆ। ਉਹ ਵਾਕ ਦੇ ਵਿੱਚ ਹਰ ਬੁਲਾਰਾ ਇਹ ਕਹਿੰਦਾ ਸੀ ਕਿ ਮੈਂ ਇੱਥੇ ਅੱਜ ਜਿਹੜਾ ਆਇਆ, ਮੈਂ ਆਪਣੇ ਕਿਸੇ ਵੀ ਨਿੱਜੀ ਹਿੱਤ ਸਵਾਰਥ, ਕਿਸੇ ਵੀ ਲਾਲਸਾ ਨੂੰ ਤਿਆਗ ਕੇ ਬਿਲਕੁਲ ਨਿਰਪੱਖ ਵਿਚਾਰ ਰੱਖਾਂਗਾ ਜਿਹੜੇ ਪੰਥ ਦੇ ਹਿੱਤ ਵਿੱਚ ਹੋਣਗੇ। ਮਤਲਬ ਬੋਲਣ ਤੋਂ ਪਹਿਲਾਂ ਬੰਦਾ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਇੱਕ ਇਹ ਵਾਕ ਆਖਦਾ ਹੈ ਕਿ ਮੈਂ ਨਿਰਪੱਖ ਗੱਲ ਰੱਖਾਂਗਾ। ਤਾਂ ਇਹ ਗੱਲ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਆ ਕਿ ਕਿਸੇ ਬੰਦੇ ਦੇ ਮੂੰਹੋਂ ਗੁਰੂ ਦੀ ਹਾਜ਼ਰੀ ਵਿੱਚ ਇਹ ਗੱਲ ਨਿਕਲਦੀ ਆ ਕਿ ਮੈਂ ਜੋ ਗੱਲ ਆਖਾਂਗਾ ਮੈਂ ਪੰਥ ਦੇ ਭਲੇ ਲਈ ਆਖਾਂਗਾ, ਮੈਂ ਨਿਰਪੱਖ ਆਖਾਂਗਾ। ਇਹ ਗੱਲ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਆ। ਇਹ ਗੱਲ ਸਿੱਖ ਨੂੰ ਹੋਰ ਵਧੇਰੇ ਗੁਰੂ ਅਤੇ ਗੁਰੂ ਪੰਥ ਦੇ ਨੇੜੇ ਕਰਨ ਵਾਲੀ ਆ। ਤਾਂ ਇਸ ਲਈ ਇਹ ਜਿਹੜਾ ਇਕੱਠ ਆ ਇਹ ਸਿਧਾਂਤਕ ਤੌਰ 'ਤੇ ਬਹੁਤ ਮਹੱਤਵਪੂਰਨ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਨਿਘਾਰ ਆਇਆ ਸੰਸਥਾ ਦੇ ਵਿੱਚ, ਨਿਘਾਰ ਆਇਆ ਜੋ ਆਪਾਂ ਅੱਜ ਦੇ ਹਾਲਾਤ ਦੇਖ ਰਹੇ ਹਾਂ, ਇਹਦੇ ਪਿੱਛੇ ਤੁਸੀਂ ਕੀ ਮੋਟੇ ਤੌਰ ਤੇ ਕੀ ਕਾਰਨ ਸਮਝਦੇ ਹੋ ਕਿ ਸਾਡੀ ਮਤਲਬ ਅਸੀਂ ਉਹਦੇ ਵਿੱਚ ਕਿਸ ਤਰ੍ਹਾਂ ਆ ਗਏ? ਕਿਉਂਕਿ ਇੱਕ ਜਿਹੜੀ ਅਕਾਲ ਤਖਤ ਦੀ ਜਿਹੜੀ ਸੰਸਥਾ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸਿੱਖਾਂ ਦੇ ਵਿੱਚ ਵੱਡੀ ਅਹਿਮੀਅਤ ਰੱਖਦੀ ਸੀ। ਬੜੇ ਉਸ ਟਾਈਮ ਦੇ ਜੇ ਆਪਾਂ ਗੱਲ ਕਰੀਏ ਕਿ ਰਾਜਿਆਂ ਨੂੰ ਵੀ ਮਤਲਬ ਤਲਬ ਕਰਕੇ ਉੱਥੇ ਜਿਹੜੀ ਆ ਜਵਾਬਦੇਹੀ ਕੀਤੀ ਜਾਂਦੀ ਸੀ ਉਹਨਾਂ ਦੀ। ਪਰ ਇਹ ਨਿਘਾਰ ਆਉਣ ਦਾ ਮੁੱਖ ਕਾਰਨ ਕੀ ਸਮਝਦੇ? ਦੇਖੋ ਜੀ, ਨਿਘਾਰ ਆਉਣ ਦਾ ਮੁੱਖ ਕਾਰਨ ਤਾਂ ਇੱਕੋ ਆ ਕਿ ਜਿਹੜੀ ਗੁਰੂ ਦੁਆਰਾ ਦਿੱਤੀ ਹੋਈ ਰਹਿਣੀ ਅਤੇ ਜੀਵਨ ਆ ਉਹ ਤੋਂ ਦੂਰ ਹੋਇਆ ਅਸੀਂ ਸਾਰੇ ਜਾਣੇ। ਅਸੀਂ ਪਿਛਲੇ 200 ਸਾਲ ਤੋਂ ਇੱਕ ਵੱਖਰੀ ਤਰ੍ਹਾਂ ਦੀ ਜ਼ਿੰਦਗੀ ਜਿਉਣ ਲੱਗ ਪਏ ਅਤੇ ਸਾਡੇ ਜਿਹੜੇ ਨਿੱਜੀ ਸਵਾਰਥ ਨੇ ਜਾਂ ਇਸ ਤਰ੍ਹਾਂ ਦਾ ਜਿਹੜਾ ਜੀਵਨ ਆ ਉਹ ਮੂਹਰੇ ਆ ਗਿਆ। ਉਹ ਇਹ ਹੋ ਜਾਂਦਾ ਵੀ ਅਸੀਂ ਆਮ ਕਰਕੇ ਕਿਸੇ ਦੂਜੇ ਨੂੰ, ਕਿਸੇ ਹੋਰ ਸਰਕਾਰ ਨੂੰ, ਰਾਜਨੀਤਿਕ ਤੌਰ 'ਤੇ ਮੂਹਰੇ ਲੱਗੇ ਹੋਏ ਬੰਦਿਆਂ ਨੂੰ, ਉਹਨਾਂ ਨੂੰ ਦੋਸ਼ ਦੇ ਕੇ ਅਸੀਂ ਆਪਣਾ ਜਿਹੜਾ ਪੱਖ ਆ ਉਹ 'ਤੇ ਰੱਖ ਲੈਂਦੇ ਹਾਂ। ਪਰ ਅਸਲ ਵਿੱਚ ਇਹ ਹੈ ਵੀ ਜਿਹੜੀ ਧਾਰਮਿਕ ਰਹਿਣੀ ਹੈ, ਧਾਰਮਿਕ ਰਹਿਣੀ ਅਤੇ ਧਾਰਮਿਕ ਜੀਵਨ ਦੀ ਸਾਰੀ ਦੁਨੀਆ ਦੇ ਵਿੱਚ ਇੱਕ ਸਮੱਸਿਆ ਆਈ। 2-2.5 ਸਾਲ ਤੋਂ ਧਰਮ ਦੇ ਉੱਤੇ ਬੜੇ ਮਤਲਬ ਸਾੜ ਸਤੀ ਵਰਗੇ ਦਿਨ ਸੀ ਅਤੇ ਧਰਮ ਨੂੰ ਬੜਾ ਮਾੜਾ ਆਖਿਆ ਗਿਆ। ਤਾਂ ਉਹ ਕੁਦਰਤਨ ਗੱਲ ਹੈ ਕਿ ਜਿਸ ਪ੍ਰਵਚਨ ਦੀ ਚੌਧਰ ਹੋਣੀ ਆ ਉਸ ਪ੍ਰਵਚਨ ਨੇ ਹੀ ਉੱਚਾ ਉੱਠਣਾ। ਅਤੇ ਦੁਨੀਆ ਦੇ ਵਿੱਚ ਪਦਾਰਥਵਾਦ ਦਾ ਜ਼ੋਰ ਚੱਲਿਆ ਬੜੇ ਲੰਬੇ ਸਮੇਂ ਤੋਂ। ਇਹ ਤਾਂ ਹੁਣ ਮੁੜ ਕੇ ਜਿਹੜੀ ਗੱਲ ਹੈ
ਉਹ ਮੁੜ ਕੇ ਹੁਣ ਥੋੜ੍ਹੇ ਸਮੇਂ ਤੋਂ ਮਤਲਬ ਪਿਛਲੇ 50 ਸਾਲ ਤੋਂ ਗੱਲ ਮੁੜ ਕੇ ਸ਼ੁਰੂ ਹੋਈ ਆ, ਜਿਹਦੇ ਵਿੱਚ ਧਰਮ ਦੀ ਸਾਰਥਕਤਾ, ਧਰਮ ਦੀ ਗੱਲ ਮਹੱਤਵਪੂਰਨ ਹੋਣ ਲੱਗੀ ਆ। ਉਦੋਂ ਪਹਿਲਾਂ ਇਹ ਗੱਲ ਬਿਲਕੁਲ ਇੱਦਾਂ ਨਕਾਰਾ ਹੋ ਗਈ ਸੀ, ਪਰ ਉਹੀ ਜਿਹੜੀ ਉਹਨਾਂ ਦੀ ਜੀਵਨ ਸ਼ੈਲੀ ਆ, ਉਹ ਸਕੂਲਾਂ ਰਾਹੀਂ, ਉਹ ਮੀਡੀਆ ਰਾਹੀਂ, ਉਹ ਸਾਡੇ ਆਮ ਜਿਹੜੀ ਸਾਡੀ ਦੁਨਿਆਵੀ ਜ਼ਿੰਦਗੀ ਆ, ਬਾਜ਼ਾਰੂ ਜ਼ਿੰਦਗੀ ਆ, ਉਹਦੇ ਰਾਹੀਂ ਉਹ ਸਾਡੇ ਲੋਕਾਂ ਦੇ ਉੱਤੇ ਉਹਨੇ ਅਸਰ ਪਾਇਆ ਹੋਇਆ। ਉਸ ਕਰਕੇ ਨਿਘਾਰ ਕਿਸੇ ਇੱਕ ਸੰਸਥਾ ਦੇ ਵਿੱਚ ਨਹੀਂ ਆਇਆ, ਨਾ ਸੰਸਥਾਵਾਂ ਦੇ ਵਿੱਚ ਇੱਦਾਂ ਨਿਘਾਰ ਆਉਂਦੇ ਹੁੰਦੇ ਨੇ। ਨਿਘਾਰ ਅਸਲ ਵਿੱਚ ਸਮੁੱਚੇ ਸਮਾਜ ਵਿੱਚ ਆਉਂਦਾ ਹੁੰਦਾ, ਤਾਂ ਇਹ ਸਾਰੇ ਸਮੁੱਚੇ ਸਮਾਜ ਦੀ ਸਾਂਝੇ ਰੂਪ ਦੇ ਵਿੱਚ ਜ਼ਿੰਮੇਵਾਰੀ ਆ। ਇਹ ਕੋਈ ਇੱਕ ਨਹੀਂ ਹੈ। ਇਹ ਹੋ ਜਾਂਦਾ ਹੁੰਦਾ ਵੀ ਜਿਹੜੇ ਬੰਦੇ ਮੂਹਰੇ ਲੱਗੇ ਹੁੰਦੇ ਨੇ ਉਹ ਵੱਧ ਗੁਨਾਹਗਾਰ ਹੋ ਜਾਂਦੇ ਨੇ ਉਸ ਗੱਲ ਦੇ, ਇੰਨਾ ਕੁ ਹੋ ਜਾਂਦਾ। ਪਰ ਇਹ ਨਿਘਾਰ ਇਹ ਪਿਛਲੇ ਸਮੇਂ ਤੋਂ ਜਿਹੜੀ ਪਦਾਰਥ ਦੀ ਜ਼ਿੰਦਗੀ ਆ, ਜਿਹੜੀ ਧਰਮ ਤੋਂ ਪਾਸੇ ਹੋਣ ਦੀ ਜ਼ਿੰਦਗੀ ਆ, ਉਹਦੇ ਕਰਕੇ ਆਇਆ ਹੈ। ਕੁਝ ਆਪਾਂ ਸੁਣ ਰਹੇ ਸੀ ਕੁਝ ਬੁਲਾਰਿਆਂ ਵੱਲੋਂ ਮਤਲਬ ਅਹਿਮੀਅਤ ਦਿੱਤੀ ਗਈ ਹੈ ਕਿ ਜਿੰਨਾ ਚਿਰ ਤੁਸੀਂ ਪੋਲਿਟਿਕਸ ਦੇ ਉੱਤੇ ਕਾਬਜ਼ ਨਹੀਂ ਹੁੰਦੇ, ਇਹ ਸਿਸਟਮ ਜਿਹੜਾ ਨਹੀਂ ਸੁਧਾਰਿਆ ਜਾ ਸਕਦਾ। ਉਹ ਕਹਿੰਦੇ ਆ ਕਿ ਪਹਿਲਾਂ ਕਿਉਂਕਿ ਇਹਦੇ ਪਿੱਛੇ ਇੱਕ ਪੋਲੀਟੀਕਲ ਸਪੋਰਟ ਹੋਣੀ ਚਾਹੀਦੀ ਹੈ। ਜੇ ਤੁਸੀਂ ਮਤਲਬ ਆਪਾਂ ਇੱਥੇ ਕੋਈ ਫੈਸਲਾ ਕਰ ਵੀ ਲੈਂਦੇ ਆ, ਫਿਰ ਉਹਨੂੰ ਕਿਵੇਂ ਲਾਗੂ ਕਰਾਂਗੇ, ਉੱਥੇ ਤੱਕ ਕਿਵੇਂ ਪਹੁੰਚ ਹੋਵੇਗੀ? ਦੇਖੋ, ਇਹ ਹਰੇਕ ਬੰਦੇ ਦੀ ਆਪੋ ਆਪਣਾ ਖਿਆਲ ਹੁੰਦਾ, ਪਰ ਜਿਹੜਾ ਹੁਣ ਭਾਰਤ ਦੇ ਵਿੱਚ ਰਾਜਨੀਤਿਕ ਢਾਂਚਾ ਹੈ, ਇਸ ਰਾਜਨੀਤਿਕ ਢਾਂਚੇ ਦੇ ਵਿੱਚ ਕੋਈ ਬੰਦਾ ਕਿੰਨੀ ਵੀ ਤਾਕਤ ਵਿੱਚ ਆ ਜਾਵੇ, ਉਹ ਕਿਸੇ ਆਪਣੇ ਸਮਾਜ ਜਾਂ ਧਰਮ ਦਾ ਕੁਝ ਨਹੀਂ ਸਵਾਰ ਸਕਦਾ। ਮਤਲਬ ਅੱਜ ਭਾਰਤ ਦੀ ਤਾਕਤ ਦੇ ਉੱਤੇ ਜਿਹੜੇ ਲੋਕ ਬੈਠੇ ਨੇ, ਉਹ ਆਪਣੇ ਧਰਮ ਸੱਭਿਆਚਾਰ ਦਾ ਕੱਖ ਨਹੀਂ ਸਵਾਰ ਰਹੇ, ਵਿਗਾੜ ਰਹੇ। ਇਸ ਲਈ ਜਿਹੜੀ ਇਹ ਗੱਲ ਹੈ ਕਿ ਰਾਜਨੀਤਿਕ ਸੱਤਾ ਤੇ ਕਾਬਜ਼ ਹੋ ਕੇ ਤੁਸੀਂ ਧਾਰਮਿਕ ਸੰਸਥਾਵਾਂ ਸੁਧਾਰ ਲਓਗੇ, ਇਹ ਗੱਲ ਬਿਲਕੁਲ ਹੀ ਬੁਨਿਆਦੀ ਤੌਰ ਤੇ ਇਹ ਲਾਂਭੇ ਹੋਣ ਵਾਲੀ ਆ ਅਸਲ ਰਾਹ ਤੋਂ। ਅਸਲ ਗੱਲ ਇਹ ਹੈ ਕਿ ਜਦੋਂ ਬੰਦਿਆਂ ਦਾ ਜੀਵਨ ਧਾਰਮਿਕ ਹੋਣਾ ਤੇ ਫਿਰ ਰਾਜਨੀਤੀ ਦੇ ਵਿੱਚ ਫਰਕ ਆਉਣਾ, ਇਹ ਬਿਲਕੁਲ ਇਹ ਹੋਰ ਤਰ੍ਹਾਂ ਦੀ ਗੱਲ ਹੈ। ਵੀ ਜਿਵੇਂ ਕੁਝ ਬੰਦੇ ਇਦਾਂ ਸੋਚਦੇ ਨੇ ਵੀ ਜਦੋਂ ਤਾਕਤ ਤੇ ਕਾਬਜ਼ ਹੋ ਗਏ ਫਿਰ ਅਸੀਂ ਆਪਦਾ ਜੀਵਨ ਧਾਰਮਿਕ ਕਰ ਲਾਂਗੇ, ਇਹ ਇਦਾਂ ਨਹੀਂ ਹੁੰਦਾ। ਤਾਕਤ ਤੇ ਬੰਦੇ ਨੇ ਉਹੀ ਵਿਹਾਰ ਕਰਨਾ ਜਿਹੜਾ ਵਿਹਾਰ ਉਹਦਾ ਸੰਘਰਸ਼ ਦੇ ਵੇਲੇ ਦਾ। ਜੇ ਸੰਘਰਸ਼ ਦੇ ਵੇਲੇ ਦਾ ਕਿਸੇ ਦਾ ਵਿਹਾਰ ਚਾਪਲੂਸੀ ਦਾ, ਜੇ ਸੰਘਰਸ਼ ਦੇ ਵੇਲੇ ਕਿਸੇ ਦਾ ਵਿਹਾਰ ਬੇਈਮਾਨੀ ਦਾ, ਜੇ ਸੰਘਰਸ਼ ਦੇ ਵੇਲੇ ਕਿਸੇ ਦਾ ਵਿਹਾਰ ਨੀਤੀ ਦਾ, ਕਿਸੇ ਦਾ, ਉਹ ਉਹੀ ਨਿਭਣਾ। ਜਿਹੜੇ ਵੀ ਦੁਨੀਆ ਦੇ ਉੱਤੇ ਸੰਘਰਸ਼ ਹੋਏ, ਜਿੰਨੀਆਂ ਧਿਰਾਂ ਨੇ, ਜਿੰਨੇ ਸਮਾਜਾਂ ਨੇ ਸੰਘਰਸ਼ ਕੀਤੇ, ਉਹਨਾਂ ਦਾ ਕਿਰਦਾਰ ਉਹੋ ਜਿਹਾ ਹੀ ਨਿਭਿਆ ਰਾਜ ਤੇ ਬੈਠਣ ਤੋਂ ਬਾਅਦ ਜਿਹੇ ਜਿਹੇ ਉਹ ਪਹਿਲਾਂ ਉਹ ਪ੍ਰਗਟ ਰੂਪ ਦੇ ਵਿੱਚ ਹੈ ਸੀ। ਇੱਦਾਂ ਕੋਈ ਵੀ ਨਹੀਂ ਹੁੰਦਾ ਕਿ ਬੰਦਾ ਪਹਿਲਾਂ ਕਿਸੇ ਹੋਰ ਵਿੰਗੇ ਤੇ ਤਲਿੰਗੇ ਤਰੀਕੇ ਨਾਲ ਰਾਜ ਸੱਤਾ ਤੇ ਬਹਿ ਜਾਵੇ, ਉਦੋਂ ਬਾਅਦ ਉਹ ਧਾਰਮਿਕ ਬਣ ਜਾਵੇ ਜਾਂ ਤੇ ਧਾਰਮਿਕ ਸੰਸਥਾਵਾਂ ਵਿੱਚ ਸੁਧਾਰ ਕਰ ਦੇਵੇ। ਇਹ ਗੱਲ ਬੁਨਿਆਦੀ ਰੂਪ ਦੇ ਵਿੱਚ ਗਲਤ ਆ। ਇਹ ਗੱਲ ਕੁਝ ਬੰਦਿਆਂ ਦੀ ਸਮਝ ਇੱਦਾਂ ਬਣਦੀ ਆ। ਇਹਦੇ ਪਿੱਛੇ ਵੱਡਾ ਕਾਰਨ ਇਹ ਆ ਕਿ ਹੁਣ ਉਂਝ ਤਾਂ ਸਦਾ ਤੋਂ ਹੀ ਰਾਜਨੀਤੀ ਆ ਜਿਹੜੀ ਜਾਂ ਰਾਜ ਸੱਤਾ ਹੈ, ਇਹ ਸਰਵੋਤਮ ਤਾਕਤ ਹੁੰਦੀ ਆ। ਰਾਜ ਸੱਤਾ ਦੇ ਵਿੱਚ ਕਾਨੂੰਨ ਪ੍ਰਬੰਧ, ਵਿੱਦਿਆ, ਅਰਥਚਾਰਾ, ਲਗਭਗ ਦੁਨੀਆ ਦੇ ਉੱਤੇ ਜਿਹੜਾ ਬੰਦੇ ਨੂੰ ਰਹਿਣ ਲਈ ਜਿਹੜੇ ਜੀਵਨ ਸ਼ੈਲੀ ਖਾਤਰ ਚਾਹੀਦਾ ਸਭ ਕੁਝ, ਉਹ ਸਾਰਾ ਰਾਜ ਸੱਤਾ ਦੇ ਅਧੀਨ ਹੁੰਦਾ। ਤਾਂ ਬੰਦਿਆਂ ਨੂੰ ਇਉਂ ਲੱਗਦਾ ਵੀ ਖਾਨੀ ਰਾਜ ਸੱਤਾ ਦੇ ਆਉਣ ਨਾਲ ਸਾਡੇ ਇਹ ਸੁਧਾਰ ਆ ਜਾਂਦੇ ਹੁੰਦੇ ਨੇ। ਅਸਲ ਵਿੱਚ ਰਾਜ ਸੱਤਾ ਵਿਗਾੜ ਦਾ ਕਾਰਨ ਤਾਂ ਬਣ ਸਕਦੀ ਹੈ ਤੇ ਸੁਧਾਰ ਦਾ ਕਾਰਨ ਤਾਂ ਬਣੂ ਜੇ ਉਹ ਰਾਜ ਸੱਤਾ ਦੇ ਉੱਤੇ ਉਹ ਬੰਦੇ ਬੈਠਣਗੇ ਜਿਹੜੇ ਬੰਦੇ ਪੂਰੇ ਸੁੱਚੇ ਨੇ। ਰਾਜ ਸੱਤਾ ਆਪਣੇ ਆਪ ਦੇ ਵਿੱਚ ਇੱਕ ਮਾਧਿਅਮ ਹੈ, ਵੱਡਾ ਮਾਧਿਅਮ, ਤੇ ਵੱਡੇ ਮਾਧਿਅਮ ਦੇ ਵਿੱਚੋਂ ਉਹੀ ਕੁਝ ਪ੍ਰਗਟ ਹੋਣਾ ਜਿਹੜਾ ਕੁਝ ਉਸ ਮਾਧਿਅਮ ਨੂੰ ਚਲਾਉਣ ਵਾਲੇ ਬੰਦਿਆਂ ਦੇ ਅੰਦਰ ਹੋਵੇਗਾ। ਪਲੈਟੋ ਜਦੋਂ ਰਾਜ ਬਾਰੇ ਗੱਲ ਕਰਦਾ, ਉਹ ਕਹਿੰਦਾ ਵੀ ਰਾਜ ਆਪਣੇ ਆਪ ਦੇ ਵਿੱਚ ਸਦਾਚਾਰੀ ਬੰਦਿਆਂ ਦੇ ਕਰਨ ਵਾਲਾ ਕੰਮ ਹੈ। ਕਹਿੰਦਾ ਜਿਹੜੇ ਦੁਰਾਚਾਰੀ ਬੰਦੇ ਨੇ ਉਹ ਰਾਜ ਨੂੰ ਇੰਨਾ ਮਹਿੰਗਾ ਬਣਾ ਲੈਂਦੇ ਨੇ, ਕਹਿੰਦਾ ਵੀ ਉਹ ਲੋਕਾਂ ਨੂੰ ਪੁਲਿਸ ਫੌਜ ਨਾਲ ਆਪਣੇ ਖਾਤਰ ਕਾਬੂ ਕਰਦੇ ਨੇ, ਤੇ ਉਹ ਕਹਿੰਦੇ ਨੇ ਪੁਲਿਸ ਫੌਜ ਨਾਲ ਜਾਂ ਹੋਰ ਪ੍ਰਚਾਰ ਨਾਲ ਵੀ ਤੁਸੀਂ ਸਾਡੇ ਪੱਖ ਵਿੱਚ ਆਓ, ਜਿਵੇਂ ਹੁਣ ਅੱਜ ਕੱਲ੍ਹ ਰਾਜਾਂ ਵਿੱਚ ਹੁੰਦਾ। ਉਹ ਕਹਿੰਦਾ ਇਹ ਤਾਂ ਬਹੁਤ ਮਹਿੰਗਾ ਕਾਰਨ ਹੈ ਪੁਲਿਸ ਦੁਆਰਾ ਸਥਾਪਿਤ ਕੀਤਾ ਹੋਇਆ ਸਦਾਚਾਰ। ਕਹਿੰਦਾ ਅਸਲ ਸਦਾਚਾਰ ਇਹ ਹੁੰਦਾ ਕਿ ਬੰਦੇ ਅੰਦਰੋਂ ਰਾਜ ਦੇ ਉੱਤੇ ਜਿਹੜੇ ਬੈਠਣ ਵਾਲੇ ਨੇ ਉਹ ਸੁੱਚੇ ਹੋਣ। ਠੀਕ ਹੈ ਨਾ। ਪਿੱਛੇ ਥੋੜਾ ਸਮਾਂ ਪਹਿਲਾਂ ਮੈਂ ਇੱਕ ਫੋਟੋ ਖਬਰ ਵੇਖੀ। ਉਹ ਖਬਰ ਕੀ ਸੀ? ਖਬਰ ਦੇ ਵਿੱਚ ਕਿ ਇੱਕ ਕਾਰ ਦੇ ਵਿੱਚ ਇੱਕ ਰਾਣੀ ਮੱਖੀ ਫਸ ਗਈ ਤੇ ਉਹ ਮੱਖੀਆਂ 2 ਦਿਨ ਮਖਿਆਲ ਕਾਰ ਦੇ ਉੱਤੇ ਲੱਗਿਆ ਰਿਹਾ। ਅੱਛਾ। ਕਿਉਂਕਿ ਉਹਨਾਂ ਨੂੰ ਆਪਦੀ ਰਾਣੀ ਤੇ ਭਰੋਸਾ ਸੀ। ਜੇ ਰਾਣੀ ਮੱਖੀਆਂ ਨਾਲ ਵਫਾਦਾਰੀ ਕਰਦੀ ਆ ਤਾਂ ਮੱਖੀਆਂ ਉਹਦੇ ਖਾਤਰ 2 ਦਿਨ ਕਾਰ ਦੇ ਉੱਤੇ ਬੈਠੀਆਂ ਰਹੀਆਂ।
ਤੇ ਜੇ ਬੰਦਾ ਤਾਂ ਮੱਖੀਆਂ ਨਾਲੋਂ ਸਿਆਣਾ ਹੀ ਮੰਨਿਆ ਗਿਆ ਨਾ, ਜੇ ਬੰਦਿਆਂ ਦੇ ਰਾਜੇ ਆਪਣੀ ਪਰਜਾ ਨਾਲ ਵਫਾ ਕਰਨ ਤੇ ਫਿਰ ਇਹ ਮੱਖੀਆਂ ਵਾਂਗੂ ਕਿਉਂ ਨਾ ਉਹਨਾਂ ਦੇ ਮਗਰ ਲੱਗਣ। ਦਿੱਕਤ ਇਹ ਹੈ ਕਿ ਜਿਹੜੇ ਰਾਜ ਦੇ ਉੱਤੇ ਬੈਠਣ ਵਾਲੇ ਬੰਦੇ ਨੇ ਉਹ ਬੰਦਿਆਂ ਦੇ ਵਿੱਚ ਮੁਸ਼ਕਲ ਹੈ, ਠੀਕ ਆ, ਉਹ ਬੰਦਿਆਂ ਦੇ ਵਿੱਚ ਸਮੱਸਿਆ ਹੈ। ਜੇ ਅਸੀਂ ਉਹਨਾਂ ਬੰਦਿਆਂ ਵਰਗਾ ਕਿਰਦਾਰ ਲੈ ਕੇ ਹੀ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਥਾਂ ਤੇ ਆ ਜਾਵਾਂਗੇ ਤਾਂ ਅਸੀਂ ਕੋਈ ਫਰਕ ਨਹੀਂ ਪਾ ਸਕਦੇ। ਇਸ ਲਈ ਇਹ ਬੁਨਿਆਦੀ ਸਮੱਸਿਆ ਨੂੰ ਇਸ ਨੂੰ ਸਮਝਣ ਦੀ ਲੋੜ ਹੈ। ਸੋ ਇਹ ਸਨ ਡਾਕਟਰ ਸਿਕੰਦਰ ਸਿੰਘ ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਕਿ ਜਿਹੜਾ ਪ੍ਰਬੰਧ ਹੈ, ਜਿੰਨਾ ਚਿਰ ਅਸੀਂ ਆਪਣਾ ਜੀਵਨ ਨੂੰ ਉੱਚਾ ਨਹੀਂ ਚੁੱਕਦੇ, ਜੀਵਨ ਦੇ ਪੱਧਰ ਨੂੰ ਧਾਰਮਿਕ ਤੌਰ ਤੇ ਉਸ ਲੈਵਲ ਦਾ ਨਹੀਂ ਲੈ ਕੇ ਜਾਂਦੇ, ਉਦੋਂ ਤੱਕ ਜਿਹੜਾ ਇਹ ਪ੍ਰਬੰਧਾਂ ਦੇ ਵਿੱਚ ਸੁਧਾਰ ਸਿਰਫ ਇੱਕ ਗੱਲਾਂ ਨੇ। ਉਹ ਕਿਸ ਤਰ੍ਹਾਂ ਉਸ ਨੂੰ ਪ੍ਰਬੰਧ ਨੂੰ ਸੁਧਾਰਿਆ ਜਾ ਸਕਦਾ ਹੈ ਕਿ ਪਹਿਲਾਂ ਆਪਣੇ ਜੀਵਨ ਨੂੰ ਉੱਚਾ ਚੱਕਣਾ ਜਾਊ, ਉੱਚੇ ਜੀਵਨ ਵਾਲੇ ਬੰਦਿਆਂ ਨੂੰ ਅਸੀਂ ਅੱਗੇ ਲੈ ਕੇ ਆਈਏ, ਉਹ ਅਗਵਾਈ ਕਰਨ। ਇਸ ਵਾਸਤੇ ਸਾਰਾ ਜਿਹੜਾ ਇਹ ਪ੍ਰਬੰਧ ਜਿਹੜਾ ਸਿਰਜਿਆ ਜਾ ਰਿਹਾ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।